ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ। ਲੇਖਕ ਸਰਦਾਰ ਅਜਮੇਰ ਸਿੰਘ। ਭਾਗ 14ਵਾਂ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਲਾਲਾ ਹਰਦਿਆਲ ਦੀ ਸੁਸਤੀ ਤੇ ਢਿੱਲ ਮੱਠ ਅਤੇ ਲਾਲਾ ਹਰਦਿਆਲ ਦੀ ਡਗਮਗਾਉਂਦੀ ਮਾਨਸਿਕ ਦਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰਟੀ ਬਣਾਏ ਜਾਣ ਤੋਂ ਬਾਅਦ ਲਾਲਾ ਹਰਦਿਆਲ ਕੈਲੀਫੋਰਨੀਆ ਚਲਾ ਗਿਆ ਅਤੇ ਬਾਕੀ ਦੇ ਮੈਂਬਰ ਆਪੋ ਆਪਣੀਆਂ ਮਿੱਲਾਂ ਨੂੰ ਚਲੇ ਗਏ। ਅਮਰੀਕਾ ਤੇ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਰਹਿ ਰਹੇ ਹਿੰਦੀਆਂ ਨਾਲ ਚਿੱਠੀ ਪੱਤਰ ਰਾਹੀਂ ਤਾਲਮੇਲ ਕਰ ਲਿਆ ਗਿਆ, ਪਰ ਅਗਲੇ ਕਈ ਮਹੀਨੇ ਲਾਲਾ ਹਰਦਿਆਲ ਨਾ ਤਾਂ ਦਫ਼ਤਰ ਹੀ ਖੋਲ੍ਹ ਸਕਿਆ ਤੇ ਨਾ ਹੀ ਅਖਬਾਰ ਛਾਪਣ ਦਾ ਕੋਈ ਪ੍ਰਬੰਧ ਕਰ ਸਕਿਆ। ਜਦੋਂ 6-7 ਮਹੀਨੇ ਕੁਝ ਵੀ ਹੋਂਦ ਵਿੱਚ ਨਾ ਆਇਆ ਤਾਂ ਪਾਰਟੀ ਇਕਾਈਆਂ ਨੇ ਕੰਮ ਵਿੱਚ ਹੋ ਰਹੀ ਦੇਰੀ ਬਾਰੇ ਪਾਰਟੀ ਪ੍ਰਧਾਨ ਨੂੰ ਲਿਖਤੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪ੍ਰਧਾਨ ਨੇ ਮੁੱਖ ਸਕੱਤਰ ਲਾਲਾ ਹਰਦਿਆਲ ਨੂੰ ਚਿੱਠੀ ਲਿਖੀ, ਜਿਸ ਵਿੱਚ ਉਸ ਕੋਲੋਂ ਇਸ ਦੇਰੀ ਅਤੇ ਸਮਾਂ ਬਰਬਾਦ ਕਰਨ ਦੇ ਕਾਰਨ ਪੁੱਛੇ ਗਏ। ਲਾਲਾ ਜੀ ਨੇ ਜਵਾਬ ਦਿੱਤਾ ਕਿ ਉਸ ਦੀ ਸਿਹਤ ਠੀਕ ਨਹੀਂ ਅਤੇ ਉਸ ਦੀ ਥਾਂ ਕੋਈ ਹੋਰ ਵਿਅਕਤੀ ਚੁਣਿਆ ਜਾ ਸਕਦਾ ਹੈ। ਪ੍ਰਧਾਨ ਨੇ ਸਖਤ ਸ਼ਬਦਾਂ ਵਿੱਚ ਮੋੜਵੀਂ ਚਿੱਠੀ ਲਿਖੀ ਤੇ ਉਸ ਨੂੰ ਯਾਦ ਕਰਵਾਇਆ ਕਿ ਉਸ ਦੀ ਸ਼ਿਕਾਇਤ ਹੁੰਦੀ ਸੀ ਕਿ ਹਿੰਦੀ ਦੇਸ਼ ਵਾਸਤੇ ਕੰਮ ਕਰਨ ਤੋਂ ਭੱਜਦੇ ਹਨ ਅਤੇ ਹੁਣ ਉਸ ਦਾ ਆਪਣਾ ਵਤੀਰਾ ਇਸ ਤੋਂ ਕੋਈ ਵੱਖਰਾ ਨਹੀਂ। ਇਸ ਤੋਂ ਬਾਅਦ ਲਾਲਾ ਹਰਦਿਆਲ ਨੇ ਲਿਖਿਆ ਕਿ ਕੰਮ ਸ਼ੁਰੂ ਕਰਨ ਲਈ ਉਸ ਨੂੰ ਪੈਸੇ ਦੀ ਲੋੜ ਹੈ ਅਤੇ ਜਦੋਂ ਹੀ ਪੈਸਾ ਪਹੁੰਚ ਗਿਆ ਉਹ ਦਫ਼ਤਰ ਸਥਾਪਿਤ ਕਰਕੇ ਅਖਬਾਰ ਕੱਢ ਦੇਵੇਗਾ। ਖਜ਼ਾਨਚੀ ਨੇ ਪ੍ਰਧਾਨ ਦੀ ਆਗਿਆ ਨਾਲ ਉਸ ਨੂੰ ਪੈਸਾ ਭੇਜ ਦਿੱਤਾ। ਉਧਰ ਭਾਈ ਕਰਤਾਰ ਸਿੰਘ ਸਰਾਭਾ ਨੂੰ ਜਿਉਂ ਹੀ ਲਾਲਾ ਹਰਦਿਆਲ ਕੋਲੋਂ ਇਹ ਪਤਾ ਲੱਗਾ ਕਿ ਅਸਟੋਰੀਆ ਵਿਖੇ ਪਾਰਟੀ ਬਣਾਉਣ ਤੇ ਅਖਬਾਰ ਜਾਰੀ ਕਰਨ ਦਾ ਸੁਲੱਖਣਾ ਫੈਸਲਾ ਹੋ ਗਿਆ ਹੈ ਤਾਂ ਉਹ ਖੁਸ਼ੀ ਵਿੱਚ ਝੂਮ ਉੱਠਿਆ ਅਤੇ ਉਸੇ ਘੜੀ ਲੱਕ ਬੰਨ੍ਹ ਕੇ ਕੰਮ ਕਰਨ ਵਿੱਚ ਜੁਟ ਗਿਆ। ਉਹ ਲਾਲਾ ਹਰਦਿਆਲ ਨੂੰ ਨਾਲ ਲੈ ਕੇ ਜੋਲੋ ਗਿਆ ਅਤੇ ਦੇਸ਼ ਭਾਈਆਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਪਾਰਟੀ ਬਣਾਉਣ ਤੇ ਅਖਬਾਰ ਚਾਲੂ ਕਰਨ ਦੀ ਖੁਸ਼ਖਬਰੀ ਸਾਂਝੀ ਕੀਤੀ। ਸਰਾਭੇ ਦੇ ਦਿਮਾਗ ਵਿੱਚ ਬਣ ਉਸਰ ਰਹੇ ਮੌਕਾ ਮੇਲ ਦੀ ਤਸਵੀਰ ਘੁੰਮ ਰਹੀ ਸੀ ਅਤੇ ਉਹ ਇੱਕ ਦਿਨ ਵੀ ਅਜਾਈਂ ਨਹੀਂ ਗਵਾਉਣਾ ਚਾਹੁੰਦਾ ਸੀ। ਉਸ ਨੇ ਜਦੋਂ ਦੇਖਿਆ ਕਿ ਲਾਲਾ ਹਰਦਿਆਲ ਅਖਬਾਰ ਚਾਲੂ ਕਰਨ ਦੀ ਬਹੁਤੀ ਤੱਦੀ ਨਹੀਂ ਕਰ ਰਿਹਾ ਸੀ ਅਤੇ ਕੀਮਤੀ ਸਮਾਂ ਬਰਬਾਦ ਕਰ ਰਿਹਾ ਸੀ ਤਾਂ ਉਸ ਕੋਲੋਂ ਜਰਿਆ ਨਾ ਗਿਆ ਅਤੇ ਬਾਬਾ ਭਕਨਾ ਦੇ ਲਫ਼ਜ਼ਾਂ ਵਿੱਚ ਉਸ ਨੇ ਲਾਲੇ ਨੂੰ ਖੂਬ ਝੰਜੋੜਿਆ, ਬਲਕਿ ਇੱਥੋਂ ਤੱਕ ਕਿਹਾ ਕਿ ਤੁਹਾਡਾ ਅਮਰੀਕਨ ਮਜ਼ਦੂਰਾਂ ਨੂੰ ਲੈਕਚਰ ਦੇਣ ਤੇ ਅਖਬਾਰਾਂ ਨੂੰ ਲੇਖ ਦੇਣ ਦਾ ਕੋਈ ਫਾਇਦਾ ਨਹੀਂ ਜਦੋਂ ਕਿ ਮੁਲਕ ਗੁਲਾਮ ਪਿਆ ਹੈ। ਇਸ ਤਰ੍ਹਾਂ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਤੇ ਹੋਰਨਾਂ ਵੱਲੋਂ ਧੱਕਾ ਲਾਉਣ ਤੇ ਲਾਲਾ ਹਰਦਿਆਲ ਨੇ 6 ਮਹੀਨੇ ਪਛੜ ਕੇ ਚੁਸਤੀ ਫੜੀ। ਨਤੀਜੇ ਵਜੋਂ ਗਦਰ ਅਖਬਾਰ ਦਾ ਪਹਿਲਾ ਪਰਚਾ 1 ਨਵੰਬਰ 1913 ਨੂੰ ਜੁਗਾਂਤਰ ਆਸ਼ਰਮ ਸਾਨ ਫਰਾਂਸਿਸਕੋ ਤੋਂ ਨਿਕਲਿਆ, ਜਿਸ ਵੱਲ ਕਈ ਮਹੀਨਿਆਂ ਤੋਂ ਹਿੰਦੀਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਸਨ। ਅੱਗੇ ਜਾ ਕੇ ਅਸੀਂ ਦੇਖਾਂਗੇ ਕਿ ਲਾਲਾ ਹਰਦਿਆਲ ਦੀ ਇਸ ਢਿੱਲ ਮੱਠ ਨੇ ਦੇਸ਼ ਦੀ ਆਜ਼ਾਦੀ ਦੀ ਜੰਗ ਦਾ ਕਿਸ ਕਦਰ ਨੁਕਸਾਨ ਕੀਤਾ। ਬਾਬਾ ਭਕਨਾ ਨੇ ਲਾਲਾ ਹਰਦਿਆਲ ਦੀ ਇਸ ਗੁਸਤਾਖੀ ਨੂੰ ਜ਼ਿੰਦਗੀ ਭਰ ਮੁਆਫ ਨਹੀਂ ਕੀਤਾ ਸੀ। ਇਸ ਦਾ ਕੰਡਾ ਉਹਨਾਂ ਦੇ ਦਿਲ ਅੰਦਰ ਤਾ ਉਮਰ ਚੁਭਦਾ ਰਿਹਾ। ਉਹ ਲਾਲੇ ਦੀ ਇਸ ਢਿੱਲ ਮੱਠ ਦੇ ਹਵਾਲੇ ਨਾਲ ਅਕਸਰ ਕਿਹਾ ਕਰਦੇ ਸਨ ਕਿ ਕੌਮੀ ਕੰਮ ਵਿੱਚ 1 ਸਕਿੰਟ ਦੀ ਦੇਰੀ ਕਰਨੀ ਵੀ ਠੀਕ ਨਹੀਂ ਹੁੰਦੀ। ਅਸੀਂ ਗਦਰ ਅਖਬਾਰ ਕੱਢਣ ਵਿੱਚ 6 ਮਹੀਨੇ ਲੇਟ ਹੋ ਗਏ। ਇਹ ਲੇਟ ਕਦੀ ਪੂਰੀ ਨਾ ਹੋ ਸਕੀ। ਲਾਲਾ ਹਰਦਿਆਲ ਦੀ ਡਗਮਗਾਉਂਦੀ ਮਾਨਸਿਕ ਦਸ਼ਾ। ਪੱਛਮੀ ਗਿਆਨ ਪ੍ਰਬੰਧ ਤੇ ਮੁਰੀਦ ਲੇਖਕਾਂ ਵੱਲੋਂ ਗਦਰ ਪਾਰਟੀ ਬਾਰੇ ਫੈਲਾਈਆਂ ਗਈਆਂ ਬਹੁਤ ਸਾਰੀਆਂ ਗਲਤ ਧਾਰਨਾਵਾਂ ਚੋਂ ਸਭ ਨਾਲੋਂ ਪ੍ਰਮੁੱਖ ਲਾਲਾ ਹਰਦਿਆਲ ਦੇ ਰੋਲ ਬਾਰੇ ਫੈਲਾਇਆ ਗਿਆ ਝੂਠ ਹੈ। ਅਜੀਬ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਲਿਬਰਲ ਅਤੇ ਖੱਬੇ ਪੱਖੀ ਵਿਦਵਾਨ ਤੇ ਲੇਖਕ ਪੂਰੀ ਤਰ੍ਹਾਂ ਇਕਸੁਰ ਹਨ। ਸਾਰਿਆਂ ਵੱਲੋਂ ਲਾਲਾ ਹਰਦਿਆਲ ਦੀ ਪ੍ਰਤਿਭਾ ਤੇ ਰੋਲ ਬਾਰੇ ਬਹੁਤ ਹੀ ਗੁੰਮਰਾਹਕੁਨ ਭਰਮ ਸਿਰਜੇ ਤੇ ਫੈਲਾਏ ਗਏ ਹਨ। ਇਸ ਵਜ੍ਹਾ ਕਰਕੇ ਗਦਰ ਲਹਿਰ ਦੀ ਉਠਾਣ ਬੰਨ੍ਹਣ ਵਿੱਚ ਲਾਲਾ ਹਰਦਿਆਲ ਦੇ ਰੋਲ ਦਾ ਹਕੀਕੀ ਮੁਲਾਂਕਣ ਕਰਨ ਲਈ ਉਸ ਦੀ ਸ਼ਖਸੀਅਤ ਤੇ ਮਾਨਸਿਕ ਝੁਕਾਵਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਲਾਲਾ ਹਰਦਿਆਲ ਦਾ ਜਨਮ
ਦਿੱਲੀ ਵਿੱਚ ਇੱਕ ਪੰਜਾਬੀ ਸਵਰਨ ਜਾਤੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਉਹ ਅਸਾਧਾਰਨ ਬੁੱਧੀ ਦਾ ਮਾਲਕ ਸੀ ਅਤੇ ਹਰ ਇਮਤਿਹਾਨ ਵਿੱਚੋਂ ਅਵਲ ਦਰਜਾ ਹਾਸਲ ਕਰਦਾ ਸੀ। ਸੰਨ 1903 ਵਿੱਚ ਉਸਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ MA ਇੰਗਲਿਸ਼ ਪਾਸ ਕੀਤੀ ਅਤੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇੱਥੇ ਉਸ ਦਾ ਝੁਕਾਅ ਆਰੀਆ ਸਮਾਜ ਵੱਲ ਹੋ ਗਿਆ, ਜਿੱਥੋਂ ਉਸ ਨੂੰ ਹਿੰਦੂ ਦੇਸ਼ ਭਗਤੀ ਦੀ ਜਾਗ ਲੱਗੀ। ਅੰਗਰੇਜ਼ ਸਰਕਾਰ ਨੇ ਉਸ ਦੀ ਲਿਆਕਤ ਦੇ ਆਧਾਰ ਤੇ ਉਸ ਨੂੰ 200 ਪਾਉਂਡ ਸਾਲਾਨਾ ਵਜ਼ੀਫਾ ਦਿੱਤਾ, ਜਿਸ ਦੇ ਆਸਰੇ ਉਹ 1905 ਵਿੱਚ ਉਚੇਰੀ ਵਿਦਿਆ ਲੈਣ ਲਈ ਇੰਗਲੈਂਡ ਚਲਾ ਗਿਆ। ਉੱਥੇ ਉਸ ਦਾ ਸ਼ਾਮਜੀ ਕ੍ਰਿਸ਼ਨ ਵਰਮਾ ਜਿਹੇ ਹਿੰਦੂ ਦੇਸ਼ ਭਗਤਾਂ ਨਾਲ ਮੇਲ ਜੋਲ ਹੋ ਗਿਆ ਅਤੇ ਉਸ ਦੇ ਮਨ ਅੰਦਰ ਦੇਸ਼ ਭਗਤੀ ਦੀ ਚਿਣਗ ਮੱਗ ਪਈ, ਜਿਸ ਕਰਕੇ ਉਸ ਨੇ 1907 ਵਿੱਚ ਅੰਗਰੇਜ਼ ਸਰਕਾਰ ਦਾ ਵਜ਼ੀਫਾ ਤਿਆਗ ਦਿੱਤਾ ਅਤੇ ਪੜ੍ਹਾਈ ਵਿੱਚੇ ਛੱਡ ਕੇ ਇੱਕ ਵਾਰ ਤਾਂ ਦੇਸ਼ ਪਰਤ ਆਇਆ, ਪਰ ਛੇਤੀ ਹੀ ਪੈਰਿਸ ਚਲਾ ਗਿਆ। ਉੱਥੇ ਉਸ ਦਾ ਮੇਲ ਬੰਬਈ ਦੀ ਜੰਮਪਲ ਅਤੇ ਇਨਕਲਾਬੀ ਵਿਚਾਰਾਂ ਦੀ ਮਾਲਕ ਤੇ ਭਾਰਤ ਦੀ ਆਜ਼ਾਦੀ ਦੀ ਦ੍ਰਿੜ ਸਮਰਥਕ ਮੈਡਮ ਕਾਮਾ ਨਾਲ ਹੋ ਗਿਆ, ਜਿਸ ਨਾਲ ਉਸ ਨੇ ਕੁਝ ਸਮੇਂ ਲਈ ਬੰਦੇ ਮਾਤਰਮ ਨਾਮੀ ਪਰਚੇ ਦੀ ਸੰਪਾਦਨਾ ਵਿੱਚ ਹੱਥ ਵਟਾਇਆ। ਉਸ ਸਮੇਂ ਸ਼ਾਮਜੀ ਕ੍ਰਿਸ਼ਨ ਵਰਮਾ ਤੋਂ ਇਲਾਵਾ ਸਰਦਾਰ ਅਜੀਤ ਸਿੰਘ ਅਤੇ ਕੁਝ ਹੋਰ ਜਲਾਵਤਨ ਭਾਰਤੀ ਦੇਸ਼ ਭਗਤ ਪੈਰਿਸ ਵਿੱਚ ਰਹਿੰਦੇ ਸਨ, ਪਰ ਭਾਈ ਪਰਮਾਨੰਦ ਅਨੁਸਾਰ ਲਾਲਾ ਹਰਦਿਆਲ ਉੱਥੋਂ ਛੇਤੀ ਹੀ ਨਿਰਾਸ਼ ਹੋ ਗਿਆ ਸੀ। ਉਸ ਨੂੰ ਯੂਰਪ ਵਿੱਚ ਰਹਿ ਕੇ ਆਪਣਾ ਰਾਜਸੀ ਮਕਸਦ ਹਾਸਲ ਕਰਨ ਦੀ ਕੋਈ ਸੰਭਾਵਨਾ ਨਹੀਂ ਦਿਸਦੀ ਸੀ ਅਤੇ ਉਸ ਦੇ ਵਿਚਾਰ ਵਿੱਚ ਸਰਦਾਰ ਅਜੀਤ ਸਿੰਘ ਵਰਗੇ ਲੋਕ ਫਰਾਂਸ ਵਿੱਚ ਫਜ਼ੂਲ ਵਕਤ ਖਰਾਬ ਕਰ ਰਹੇ ਸਨ। ਉੱਥੋਂ ਨਿਰਾਸ਼ ਹੋ ਕੇ ਲਾਲਾ ਹਰਦਿਆਲ ਤਪੱਸਿਆ ਕਰਨ ਦੇ ਮਕਸਦ ਨਾਲ ਅਲਜੀਰੀਆ ਅਫਰੀਕਾ ਚਲਾ ਗਿਆ, ਪਰ ਉਸ ਨੂੰ ਅਲਜੀਰੀਆ ਦਾ ਮਾਹੌਲ ਵੀ ਬਹੁਤਾ ਪਸੰਦ ਨਾ ਆਇਆ ਅਤੇ ਉਹ ਮੁੜ ਕੇ ਫਿਰ ਪੈਰਿਸ ਆ ਗਿਆ। ਉੱਥੋਂ ਫਿਰ ਤਪੱਸਿਆ ਕਰਨ ਦੇ ਇਰਾਦੇ ਨਾਲ ਵੈਸਟ ਇੰਡੀਜ਼ ਦੇ ਮਾਰਟਨੀਕ ਨਾਂ ਦੇ ਟਾਪੂ ਉੱਤੇ ਚਲਾ ਗਿਆ। ਉੱਥੇ ਉਸ ਨੂੰ ਭਾਈ ਪਰਮਾਨੰਦ ਆ ਮਿਲਿਆ। ਭਾਈ ਪਰਮਾਨੰਦ ਪ੍ਰਸਿੱਧ ਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਦੀ ਵੰਸ਼ ਵਿੱਚੋਂ ਸੀ, ਪਰ ਉਹ ਆਰੀਆ ਸਮਾਜ ਦੇ ਗੂੜ੍ਹੇ ਪ੍ਰਭਾਵ ਹੇਠ ਆ ਕੇ ਭਾਰਤ ਨੂੰ ਵਿਦੇਸ਼ੀ ਗੁਲਾਮੀ ਦੇ ਜੂਲੇ ਹੇਠੋਂ ਕੱਢ ਕੇ ਪੁਰਾਤਨ ਹਿੰਦੂ ਚੜ੍ਹਤਲ ਬਹਾਲ ਕਰਨ ਦੇ ਹਿੰਦੂ ਜਜ਼ਬੇ ਦਾ ਧਾਰਨੀ ਬਣ ਗਿਆ ਸੀ। ਲਾਲਾ ਹਰਦਿਆਲ ਨੇ ਭਾਈ ਪਰਮਾਨੰਦ ਨੂੰ ਦੱਸਿਆ ਕਿ ਉਹ ਦੁਨੀਆ ਅੰਦਰ ਮਹਾਤਮਾ ਬੁੱਧ ਵਾਂਗੂ ਕੋਈ ਨਵਾਂ ਧਰਮ ਚਾਲੂ ਕਰਨਾ ਚਾਹੁੰਦਾ ਹੈ ਅਤੇ ਵੱਖ-ਵੱਖ ਥਾਵਾਂ ਤੇ ਸਾਧਨਾ ਤਪੱਸਿਆ ਕਰਕੇ ਇਸ ਦੀ ਤਿਆਰੀ ਕਰ ਰਿਹਾ ਹੈ। ਭਾਈ ਪਰਮਾਨੰਦ ਨੇ ਉਸ ਨੂੰ ਇਸ ਪਾਸਿਓਂ ਮੋੜ ਕੇ ਆਰੀਆ ਨਸਲ ਦੀ ਪੁਰਾਣੀ ਵੈਦਿਕ ਸੱਭਿਅਤਾ ਤੇ ਸ਼ਾਨ ਬਹਾਲ ਕਰਨ ਲਈ ਯਤਨਸ਼ੀਲ ਹੋਣ ਵਾਸਤੇ ਪ੍ਰੇਰਿਆ। ਭਾਈ ਪਰਮਾਨੰਦ ਦੇ ਵਿਚਾਰ ਵਿੱਚ ਇਸ ਮਿਸ਼ਨ ਦੇ ਪ੍ਰਚਾਰ ਤੇ ਪਸਾਰ ਲਈ ਅਮਰੀਕਾ ਸਭ ਤੋਂ ਢੁਕਵੀਂ ਜਗ੍ਹਾ ਸੀ, ਜਿੱਥੇ ਵਿਚਾਰਾਂ ਦੇ ਪ੍ਰਗਟਾਵੇ ਤੇ ਪ੍ਰਚਾਰ ਪਸਾਰ ਉੱਤੇ ਕੋਈ ਬੰਦਸ਼ ਨਹੀਂ ਸੀ ਅਤੇ ਜਿੱਥੇ ਬਰਤਾਨਵੀ ਹਕੂਮਤ ਦਾ ਕੋਈ ਜ਼ੋਰ ਨਹੀਂ ਚੱਲਦਾ ਸੀ। ਲਾਲਾ ਹਰਦਿਆਲ ਭਾਈ ਪਰਮਾਨੰਦ ਦੇ ਕਹਿਣ ਤੇ ਫਰਵਰੀ 1911 ਵਿੱਚ ਅਮਰੀਕਾ ਦੇ ਪੂਰਬੀ ਤੱਟ ਉੱਤੇ ਬੋਸਟਨ ਹਾਰਵਰਡ ਚਲਿਆ ਗਿਆ, ਪਰ ਉਸ ਨੂੰ ਪੂਰਬੀ ਤੱਟ ਦਾ ਪੌਣ ਪਾਣੀ ਤਪੱਸਿਆ ਤੇ ਸਮਾਧੀ ਦੇ ਅਨੁਕੂਲ ਨਾ ਜਾਪਿਆ। ਉਹ ਤਪ ਸਾਧਨਾ ਵਾਸਤੇ ਕਿਸੇ ਗਰਮ ਆਬੋ ਹਵਾ ਵਾਲੀ ਜਗ੍ਹਾ ਦੀ ਭਾਲ ਵਿੱਚ ਸੀ। ਪ੍ਰੋਫੈਸਰ ਤੇਜਾ ਸਿੰਘ ਨੇ ਉਸ ਨੂੰ ਇਸ ਮੰਤਵ ਲਈ ਕੈਲੀਫੋਰਨੀਆ ਚਲੇ ਜਾਣ ਦੀ ਸਲਾਹ ਦਿੱਤੀ। ਇਹ ਸਲਾਹ ਮੰਨ ਕੇ ਹਰਦਿਆਲ ਕੈਲੀਫੋਰਨੀਆ ਚਲਾ ਗਿਆ, ਪਰ ਉੱਥੇ ਵੀ ਉਸ ਨੂੰ ਟਿਕਾ ਨਾ ਆਇਆ। ਉਸ ਨੇ ਅਪ੍ਰੈਲ ਵਿੱਚ ਬਰਕਲੀ ਤੋਂ ਇੱਕ ਲੇਖ ਕਲਕੱਤੇ ਤੋਂ ਛਪਣ ਵਾਸਤੇ ਮਾਡਰਨ ਰਿਵਿਊ ਨਾਮੀ ਰਸਾਲੇ ਨੂੰ ਭੇਜਿਆ, ਜਿਹੜਾ ਜੁਲਾਈ 1911 ਦੇ ਅੰਕ ਵਿੱਚ ਛਪਿਆ। ਇਸ ਲੇਖ ਵਿੱਚ ਉਸ ਨੇ ਹਰਿਦੁਆਰ ਤੇ ਰਿਸ਼ੀਕੇਸ਼ ਨੂੰ ਯਾਦ ਕਰਦਿਆਂ ਲਿਖਿਆ ਕਿ ਮੈਂ ਅਜੇ ਵੀ ਉਥੋਂ ਦੀ ਸੁਖਦਾਈ ਹਵਾ ਦੇ ਸਾਹ ਅਤੇ ਵਿਚਾਰ ਉਤੇਜਕ ਚਿੰਤਾ ਨਿਵਾਰਨ ਵਾਲੇ ਅਤੇ ਰੂਹ ਨੂੰ ਹੁਲਾਰਾ ਦੇਣ ਵਾਲੇ ਇਕਾਂਤ ਦੇ ਵਾਯੂਮੰਡਲ ਜੋ ਉਸ ਪਵਿੱਤਰ ਇਲਾਕੇ ਦੀ ਹਰ ਨੁੱਕਰ ਵਿੱਚ ਪਸਰਿਆ ਹੋਇਆ ਹੈ ਨੂੰ ਲੋਚਦਾ ਹਾਂ ਅਤੇ ਮੈਂ ਪੱਛਮ ਵਿੱਚ ਇਹੋ ਜਿਹੀ ਜਗ੍ਹਾ ਢੂੰਡਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੱਥੇ ਮੈਂ ਸਵੈ ਪ੍ਰਫੁੱਲਤਾ ਦੇ ਕਰਮ ਨੂੰ ਸੰਪੂਰਨ ਕਰ ਸਕਾਂ, ਜਿਹੜਾ ਸਿਰਫ ਨਿੱਘੀ ਤੇ ਸਮਾਨ ਰੁੱਤ ਵਿੱਚ ਹੀ ਸਫਲਤਾ ਪ੍ਰਾਪਤ ਕਰ ਸਕਦਾ ਹੈ। ਸ਼ਾਇਦ ਮੈਂ ਦੱਖਣੀ ਕੈਲੀਫੋਰਨੀਆ ਵਿੱਚ ਸ਼ਾਂਤੀ ਤੇ ਅਮਨ ਦਾ ਉਹ ਸਥਾਨ ਲੱਭ ਸਕਾਂ ਜਿਸ ਦੀ ਮੈਂ ਦੇਰ ਤੋਂ ਤਲਾਸ਼ ਵਿੱਚ ਹਾਂ। ਅਜਿਹੀ ਉਪਰਾਮ ਅਵਸਥਾ ਵਿੱਚ ਉਹ ਕੈਲੀਫੋਰਨੀਆ ਨੂੰ ਛੱਡ ਕੇ ਹੋਨੋਲੁਲੂ ਦੇ ਟਾਪੂ ਉੱਤੇ ਚਲਾ ਗਿਆ।
ਪਰ ਥੋੜੇ ਹੀ ਚਿਰ ਬਾਅਦ ਸਤੰਬਰ 1911 ਵਿੱਚ ਉਹ ਫਿਰ ਕੈਲੀਫੋਰਨੀਆ ਮੁੜ ਆਇਆ ਤੇ ਬਰਕਲੀ ਵਿਖੇ ਰਹਿਣ ਲੱਗ ਪਿਆ। ਅਗਲੇ ਸਾਲ ਜਨਵਰੀ ਵਿੱਚ ਉਸ ਨੂੰ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਫਿਲਾਸਫੀ ਦੇ ਲੈਕਚਰਰ ਵਜੋਂ ਕੰਮ ਕਰਨ ਦਾ ਸੱਦਾ ਮਿਲ ਗਿਆ, ਪਰ ਉਸ ਵੱਲੋਂ ਇੱਕ ਲੇਖ ਵਿੱਚ ਵਿਆਹ ਸੰਬੰਧਾਂ ਬਾਰੇ ਪ੍ਰਗਟਾਏ ਗਏ ਵਿਵਾਦਪੂਰਨ ਵਿਚਾਰਾਂ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸ ਨੂੰ ਅੱਧ ਵਿਚਾਲਿਓਂ ਹੀ ਨੌਕਰੀ ਤੋਂ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ। ਸਿੱਟੇ ਵਜੋਂ ਉਹ ਨੌਕਰੀ ਤੋਂ ਵਿਹਲਾ ਹੋ ਗਿਆ ਅਤੇ ਬਰਕਲੀ ਤੇ ਹੋਰਨਾਂ ਥਾਵਾਂ ਤੇ ਅਲੱਗ-ਅਲੱਗ ਵਿਸ਼ਿਆਂ ਉੱਤੇ ਲੈਕਚਰ ਦੇਣ ਦੇ ਆਰ ਵਿੱਚ ਜੁਟ ਗਿਆ। ਉਪਰੋਕਤ ਬਿਰਤਾਂਤ ਤੋਂ ਲਾਲਾ ਹਰਦਿਆਲ ਦੀ ਸ਼ਖਸੀਅਤ ਤੇ ਮਾਨਸਿਕ ਝੁਕਾਵਾਂ ਦੀ ਪੂਰਨ ਤਸਵੀਰ ਪ੍ਰਗਟ ਹੋ ਜਾਂਦੀ ਹੈ। ਉਸ ਦਾ ਮਨ ਥਾਲੀ ਦੇ ਪਾਣੀ ਵਾਂਗੂ ਇੱਧਰ ਉੱਧਰ ਡੋਲੇ ਖਾਂਦਾ ਰਹਿੰਦਾ ਸੀ। ਕਦੇ ਉਸ ਅੰਦਰ ਦੇਸ਼ ਭਗਤੀ ਦੀ ਤੀਬਰ ਲਗਨ ਜਾਗ ਪੈਂਦੀ ਸੀ ਤੇ ਉਹ ਦੇਸ਼ ਦੀ ਆਜ਼ਾਦੀ ਲਈ ਕਮਰ ਕੱਸੇ ਕਰਨ ਲੱਗ ਪੈਂਦਾ ਸੀ, ਅਤੇ ਕਦੇ ਉਸ ਦਾ ਮਨ ਇਸ ਦੁਨੀਆ ਤੋਂ ਪੂਰੀ ਤਰ੍ਹਾਂ ਉਚਾਟ ਹੋ ਜਾਂਦਾ ਸੀ ਤੇ ਉਸ ਅੰਦਰ ਕਿਸੇ ਗਰਮ ਆਬੋ ਹਵਾ ਵਾਲੀ ਥਾਂ ਤੇ ਜਾ ਕੇ ਤਪੱਸਿਆ ਕਰਨ ਦੀ ਤਲਬ ਜਾਗ ਉੱਠਦੀ ਸੀ। ਉਸ ਦਾ ਮਨ ਲਗਾਤਾਰ ਜਗਦਾ ਬੁਝਦਾ ਰਹਿੰਦਾ ਸੀ। ਕਦੇ ਉਹ ਪੂਰਨ ਤੌਰ ਤੇ ਨਿਰਾਸ਼ ਤੇ ਬੇਦਿਲ ਹੋ ਜਾਂਦਾ ਸੀ ਅਤੇ ਕਦੇ ਉਸ ਅੰਦਰ ਕਿਸੇ ਪਸੰਦੀਦਾ ਕਰਮ ਨੂੰ ਦੇਖ ਕੇ ਇੱਕੋ ਦਮ ਇਨਕਲਾਬੀ ਜੋਸ਼ ਜਾਗ ਪੈਂਦਾ ਸੀ। ਉਸ ਅੰਦਰ ਊਰਜਾਮਈ ਇਨਕਲਾਬੀ ਤੇ ਉਦਾਸੀਨ ਸੰਨਿਆਸੀਆਂ ਵਾਲੀਆਂ ਦੋਨੋਂ ਉਲਟ ਧਰੂਵੀ ਰੁਚੀਆਂ ਕੰਮ ਕਰਦੀਆਂ ਸਨ। ਇਨ੍ਹਾਂ ਵਿੱਚੋਂ ਕਦੇ ਇੱਕ ਦਾ ਤੇ ਕਦੇ ਦੂਸਰੀ ਦਾ ਜ਼ੋਰ ਚੜ੍ਹ ਜਾਂਦਾ ਸੀ। ਉਸ ਦੀ ਡਗਮਗਾਉਂਦੀ ਮਨੋ ਅਵਸਥਾ ਵਾਂਗੂ ਹੀ ਉਸ ਦੇ ਵਿਚਾਰ ਵੀ ਸਥਿਰ ਨਹੀਂ ਸਨ। 3 ਦਹਾਕਿਆਂ ਦੇ ਰਾਜਸੀ ਜੀਵਨ ਦੌਰਾਨ ਉਸ ਦੇ ਵਿਚਾਰ ਵੀ ਇੱਕ ਸਿਰੇ ਤੋਂ ਦੂਜੇ ਸਿਰੇ ਵਿਚਕਾਰ ਝੂਲਦੇ ਰਹੇ। ਉਹ ਬਰਤਾਨਵੀ ਬਸਤੀਵਾਦ ਦਾ ਕੱਟੜ ਦੁਸ਼ਮਣ ਵੀ ਰਿਹਾ ਅਤੇ ਅਖੀਰ ਵਿੱਚ ਜਾ ਕੇ ਬਰਤਾਨਵੀ ਸਾਮਰਾਜ ਦਾ ਪੁਰਜ਼ੋਰ ਹਮੈਤੀ ਤੇ ਪ੍ਰਸ਼ੰਸਕ ਹੋ ਨਿਬੜਿਆ। ਉਹ ਕੁਝ ਸਮੇਂ ਲਈ ਧਰਮ ਨਿਰਪੱਖਤਾ ਦੇ ਅਸੂਲ ਦਾ ਸਮਰਥਕ ਰਿਹਾ, ਪਰ ਅੰਤਲੇ ਦੌਰ ਅੰਦਰ ਕੱਟੜ ਹਿੰਦੂ ਤਵੀ ਵਿਚਾਰਧਾਰਾ ਦਾ ਨਿਰਲੱਜ ਵਕੀਲ ਬਣ ਗਿਆ। ਪਹਿਲਾਂ ਉਸਨੇ ਜਰਮਨੀ ਦੇ ਪੂਰੇ ਸੋਲੇ ਗਾਏ, ਪਰ ਥੋੜੇ ਹੀ ਚਿਰ ਪਿੱਛੋਂ ਜਰਮਨੀ ਵਿਰੁੱਧ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ। ਰਾਜਸੀ ਜੀਵਨ ਦੇ ਮੁੱਢਲੇ ਦੌਰ ਅੰਦਰ ਉਹ ਸ਼ੁੱਧ ਅਨਾਰਕਿਸਟ ਸੀ ਅਤੇ ਉਸ ਦੇ ਸ਼ਬਦਾਂ ਅੰਦਰ ਟੁਣਕਾਰ ਤੇ ਵੰਗਾਰ ਹੁੰਦੀ ਸੀ, ਪਰ ਪਿੱਛੋਂ ਜਾ ਕੇ ਉਸ ਅੰਦਰਲੀ ਅਨਾਰਕਿਸਟ ਅਗਨੀ ਬੁਝ ਕੇ ਰਾਖ ਹੋ ਗਈ ਸੀ ਅਤੇ ਉਸ ਦੀ ਭਾਸ਼ਾ ਤੇ ਸੁਰ ਪ੍ਰਵਚਨਵਾਦੀ ਹੋ ਗਈ ਸੀ। ਅਪ੍ਰੈਲ 1911 ਵਿੱਚ ਮਾਡਰਨ ਰਿਵਿਊ ਨੂੰ ਭੇਜੇ ਉਸ ਦੇ ਲੇਖ ਦੇ ਹਵਾਲੇ ਨਾਲ ਸਰਦਾਰ ਜਗਜੀਤ ਸਿੰਘ ਇਸ ਨਿਸ਼ਚਿਤ ਨਤੀਜੇ ਤੇ ਅਪੜੇ ਸਨ ਕਿ ਉਸ ਦੀ ਮਾਨਸਿਕ ਅਵਸਥਾ ਉਸ ਦ੍ਰਿੜ ਇਰਾਦੇ ਵਾਲੇ ਇਨਕਲਾਬੀ ਦੀ ਨਹੀਂ ਸੀ ਜੋ ਕਿ ਕਿਸੇ ਨਿਯਤ ਕੀਤੀ ਹੋਈ ਸਕੀਮ ਨੂੰ ਸਿਰੇ ਚਾੜਨ ਲਈ ਅਮਰੀਕਾ ਆਇਆ ਹੋਵੇ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 14ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।